Kanchan Outlook। एकादशी एक दिश धावै तो जोनी संकट बहुर ना आवै। कुदरती तौर ते ही साडा मन विकारां ਵੱਲ ਨੂੰ ਦੌੜਦਾ ਹੈ, ਪਰ ਜੇ ਅਸੀਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮੋੜ ਕੇ ਏਕ ਦਿਸ਼ ਇੱਕ ਉਸ ਪਰਮਾਤਮਾ ਦੀ ਦਿਸ਼ਾ ਦੇ ਵੱਲ ਕਰ ਲਈਏ, ਮੋੜ ਲਈਏ, ਤਾਂ ਫਿਰ ਮੁੜ ਜਨਮ ਮਰਨ ਦੇ ਕਸ਼ਟਾਂ ਦਾ ਜੋ ਸੰਕਟ ਹੈ ਉਹ ਸਾਡੇ ਤੇ ਨਹੀਂ ਆਉਂਦਾ। शीतल निर्मल भया शरीरा दूर बतावत पाया नीरा। साडा मन साडा तन ठंडा ठार शीतल अते निर्मल हो जाता है, पवित्र हो जाता है। जो परमात्मा किते दूर दस्या जाता है, अक्सर जिस परमात्मा नूं दूर दस्या जाता है वो सानू नेड़ियों ही जानी साडे अंदरों ही लभ जाता है। सिर्फ एक कारज है जो असी करना है, अपने मन नूं विकारां वल्लों मोड़ के, जो 10 दिशावां दे वल भटकदा है उन्होंने 10 वल्लों मोड़ के एक दिशा वल कर लेना है, परमात्मा वल कर लेना है। बारस 12 उगवै सूर, अहनस बाजे अनहद तूर। जिस मनुख ने अपने मन नूं विकारां वल्लों मोड़ के एक दिशा उस परमात्मा दे वल नूं कर लिया, ਉਹਦੇ ਅੰਦਰ ਮਾਨੋ 12 ਸੂਰਜ ਉਗ ਪੈਂਦੇ ਹਨ। ਭਾਵ ਕਿ ਪੂਰਨ ਗਿਆਨ ਦਾ ਪ੍ਰਕਾਸ਼ ਉਹਦੇ ਅੰਦਰ ਹੋ ਜਾਂਦਾ ਹੈ। ਦਿਨ ਰਾਤ ਉਹਦੇ ਅੰਦਰ ਪ੍ਰਮਾਤਮਾ ਦੀ ਯਾਦ ਦੇ ਬਾਜੇ ਵੱਜਦੇ ਰਹਿੰਦੇ ਹਨ, ਇੱਕ ਰਸ ਵੱਜਦੇ ਰਹਿੰਦੇ ਹਨ। ਦੇਖਿਆ ਤਿਹੂ ਲੋਕ ਕਾ ਪੀਓ, ਪੀਓ ਤੋਂ ਭਾਵ ਮਾਲਕ। ਉਹ ਮਨੁੱਖ ਤਿੰਨਾਂ ਲੋਕਾਂ ਦੇ ਮਾਲਕ ਉਸ ਪ੍ਰਮਾਤਮਾ ਦੇ ਦੀਦਾਰ ਕਰ ਲੈਂਦਾ ਹੈ। ਅਚਰਜ ਭਇਆ ਜੀਵ ਤੇ ਸੀਓ। ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ, ਜੀਵ ਤੋਂ ਸੀਓ ਬਣ ਜਾਂਦਾ ਹੈ, ਜਾਣੀ ਕਲਿਆਣ ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। 13 ਅਗਮ ਵਖਾਣ ਅਰਧ ਉਰਧ ਵਿੱਚ ਸਮ ਪਹਿਚਾਨ। ਜਿਸ ਮਨੁੱਖ ਦਾ ਮਨ ਕੇਵਲ ਏਕ ਦਿਸ਼ ਧਾਵੈ, परमात्मा वल नूं लग गया, वो अगम वखान करता है, उस परमात्मा की अगम परमात्मा की सिफत सलाह करता है। उस सिफत सलाह की बरकत दे नाल अर्ध उर्ध विच सम पहचान। अर्ध तो भाव पताल, उर्ध तो भाव आकाश। आकाश तो लैके पताल तक जानी सारे ही संसार दे विच उस परमात्मा नूं एक समान पछाणदा है। नीच ऊच नहीं मान अमान। ना ਉਹਦੇ ਲਈ ਕੋਈ ਨੀਵਾਂ ਹੈ, ਨਾ ਹੀ ਉਹਦੇ ਲਈ ਕੋਈ ਉੱਚਾ ਹੈ। ਕਿਸੇ ਵੱਲੋਂ ਉਹਨੂੰ ਆਦਰ ਮਿਲੇ ਜਾਂ ਨਿਰਾਦਰ ਮਿਲੇ, ਉਹਨੂੰ ਫਰਕ ਨਹੀਂ ਪੈਂਦਾ, ਦੋਨੋਂ ਇੱਕੋ ਜਿਹੀ ਹੀ ਹਨ। ਵਿਆਪਕ ਰਾਮ ਸਗਲ ਸਮਾਨ, ਕਿਉਂਕਿ ਸਾਰੇ ਹੀ ਜੀਵਾਂ ਦੇ ਵਿੱਚ ਉਹਨੂੰ ਇੱਕ ਸਮਾਨ ਮਾਤਰਾ ਦੇ ਵਿੱਚ ਉਹ ਪਰਮਾਤਮਾ ਵਸਿਆ ਹੋਇਆ ਨਜ਼ਰ ਆਉਂਦਾ ਹੈ। ਇਸ ਲਈ ਹੀ ਕੋਈ ਜੀਵ ਉਹਦਾ ਆਦਰ ਕਰ ਜਾਏ ਜਾਂ ਨਿਰਾਦਰ ਕਰ ਜਾਏ, ਉਹਨੂੰ ਫਰਕ ਨਹੀਂ ਪੈਂਦਾ, ਕਿਉਂਕਿ ਦੋਨੋਂ ਹੀ ਉਹਦੇ ਲਈ ਪਰਮਾਤਮਾ ਦੀ ਰਜ਼ਾ ਹਨ। 14 ਲੋਕ ਮਚਾਰ, ਰੋਮ ਰੋਮ ਮਹਿ ਬਸੈ ਮੁਰਾਰ। 14 ਲੋਕ ਜੋ 7 ਆਕਾਸ਼ ਅਤੇ 7 ਪਤਾਲ ਮੰਨੇ ਜਾਂਦੇ ਹਨ, ਉਹਨਾਂ ਨੂੰ ਮਿਲਾ ਕੇ ਬਣਦੇ ਹਨ। ਮਚਾਰ ਤੋਂ ਭਾਵ ਵਿੱਚ ਪਰਮਾਤਮਾ 14 ਲੋਕਾਂ ਦੇ ਵਿੱਚ, ਯਾਨੀ ਸਾਰੀ ਹੀ ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ ਹੈ। ਰੋਮ ਰੋਮ ਮਹਿ ਬਸੈ ਮੁਰਾਰ। ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਸਤ ਸੰਤੋਖ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਸਾਡਾ ਫਰਜ਼ ਬਣਦਾ ਹੈ ਕਿ ਕਥਨੀ ਕਥੀਐ ਬ੍ਰਹਮ ਗਿਆਨ, ਉਸ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਕਰੀਏ ਤਾਂ ਕਿ ਉਸ ਦੇ ਸਹੀ ਸਰੂਪ ਦੀ ਸਮਝ ਸਾਡੇ ਅੰਦਰ ਬਣੀ ਰਹੇ। ਤੇ ਦੂਸਰਾ ਸਤ ਸੰਤੋਖ ਕਾ ਧਰੋ ਧਿਆਨ। ਸਤ ਤੋਂ ਭਾਵ ਸੇਵਾ, ਦੂਜਿਆਂ ਦੀ ਸੇਵਾ। ਪਰਮਾਤਮਾ ਨੇ ਹਰ ਇੱਕ ਜੀਵ ਦੇ ਉੱਪਰ ਬਖਸ਼ਿਸ਼ ਕੀਤੀ ਹੈ, ਉਹਨੂੰ ਕੁਝ ਨਾ ਕੁਝ ਬਖਸ਼ਿਆ ਹੈ, ਤੇ ਇਸ ਸ੍ਰਿਸ਼ਟੀ ਦੇ ਵਿੱਚ ਹਰ ਜੀਵ ਨੂੰ ਹਰ ਦੂਜੇ ਜੀਵ ਦੀ ਲੋੜ ਵੀ ਪੈਂਦੀ ਹੈ। ਤਾਂ ਸਾਡਾ ਫਰਜ਼ ਹੈ ਕਿ ਸੱਤ ਦੇ ਪ੍ਰਿੰਸੀਪਲ ਦੇ ਉੱਤੇ ਅਮਲ ਕਰਦੇ ਹੋਏ ਅਸੀਂ ਪਛਾਣੀਏ ਕਿਹੜੇ ਜੀਵ ਨੂੰ ਸਾਡੀ ਲੋੜ ਹੈ। ਜਿੰਨੀ ਕੁ ਬਖਸ਼ਿਸ਼ ਪਰਮਾਤਮਾ ਨੇ ਸਾਡੇ ਤੇ ਕੀਤੀ ਹੈ, ਉਹਦੇ ਵਿੱਚੋਂ ਵੀ ਅਸੀਂ ਦੂਸਰਿਆਂ ਦੀ
ਸਹਾਇਤਾ ਕਰੀਏ, ਮਦਦ ਕਰੀਏ। ਸੰਤੋਖ ਤੋਂ ਭਾਵ ਸਬਰ। ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ ਦਿੱਤਾ ਹੈ ਉਹਦੇ ਵਿੱਚ ਖੁਸ਼ ਰਹੀਏ, ਸਬਰ ਦੇ ਵਿੱਚ ਰਹੀਏ। ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਕੁਝ ਨਹੀਂ ਮਿਲਿਆ, ਉਹਦੀ ਸ਼ਿਕਾਇਤ ਪ੍ਰਮਾਤਮਾ ਅੱਗੇ ਕਰਨ ਦੀ ਬਜਾਏ ਜੋ ਇੰਨਾ ਕੁਝ ਮਿਲਿਆ ਹੈ ਉਹਦਾ ਸ਼ੁਕਰਾਨਾ ਕਰੀਏ। ਪੂਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ ਸਹਿਜ ਪ੍ਰਗਾਸ, ਆਦ ਅੰਤ ਮਦ ਹੋਏ ਰਹਿਆ ਥੀਰ, ਸੁਖ ਸਾਗਰ ਮਹਿ ਰਮੈ ਕਬੀਰ। ਜੋ ਪ੍ਰਮਾਤਮਾ ਸ੍ਰਿਸ਼ਟੀ ਦੇ ਸ਼ੁਰੂ ਤੋਂ ਅਖੀਰ ਤੱਕ ਤੇ ਵਿਚਕਾਰਲੇ ਸਮੇਂ ਵਿੱਚ ਭਾਵ ਸਦਾ ਹੀ ਮੌਜੂਦ ਹੈ, ਆਦ ਅੰਤ ਮਦ ਹੋਏ ਰਹਿਆ ਥੀਰ, ਸੁਖ ਸਾਗਰ ਮਹਿ ਰਮੈ ਕਬੀਰ। ਉਹ ਸੁੱਖਾਂ ਦੇ ਸਮੁੰਦਰ ਪ੍ਰਭੂ ਵਿੱਚ ਹੀ ਕਬੀਰ, ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇ ਤਾਂ ਜਿਵੇਂ ਪੂਰਨਮਾਸ਼ੀ ਨੂੰ ਆਕਾਸ਼ ਵਿੱਚ ਪੂਰਾ ਚੰਦ ਚੜ੍ਹਦਾ ਹੈ, ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪ੍ਰਗਟ ਹੁੰਦੀਆਂ ਹਨ, ਸਹਿਜ ਪ੍ਰਗਾਸ ਤਿਵੇਂ ਤੇਰੇ ਅੰਦਰ ਵੀ ਸਹਿਜ ਅਵਸਥਾ ਦਾ ਪ੍ਰਕਾਸ਼ ਹੋਵੇਗਾ। ਕਰਨਾ ਕੀ ਹੈ? ਪਰਮਾਤਮਾ ਦਾ ਸਿਮਰਨ। ਉਹ ਪਰਮਾਤਮਾ ਜੋ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਵੀ ਸੀ, ਇਹਦੇ ਅੰਤ ਵਿੱਚ ਵੀ ਹੋਏਗਾ ਤੇ ਇਹਦੇ ਵਿਚਕਾਰਲੇ ਸਮੇਂ ਦੇ ਵਿੱਚ ਵੀ ਮੌਜੂਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਓ। ਪਿਛਲਾ ਜੋ ਇੱਕ ਅਧਿਆਏ ਅਸੀਂ ਹੁਣੇ ਸਮਾਪਤ ਕੀਤਾ ਹੈ ਉਹ ਥਿੱਤਾਂ ਤੇ ਸੀ। ਚੰਦਰਮਾ ਦੇ ਵਧਣ ਘਟਣ ਦੇ ਅਨੁਸਾਰ ਜੋ 15 ਦਿਨਾਂ ਦਾ ਸਰਕਲ ਬਣਿਆ ਹੋਇਆ ਹੈ ਉਹਦੇ ਤੇ ਸੀ। ਹਰ ਥਿੱਤ ਦੇ ਨਾਲ ਸੰਬੰਧਿਤ ਇੱਕ ਇੱਕ ਪੌੜੀ ਕਬੀਰ ਜੀ ਨੇ ਲਿਖੀ ਤੇ ਇਹ ਵਾਲਾ ਜੋ ਅਧਿਆਇ ਸ਼ੁਰੂ ਹੋਇਆ ਹੈ ਇਹ ਹਫ਼ਤੇ ਦੇ ਦਿਨਾਂ ਤੇ ਹੈ ਤੇ ਹਰ ਇੱਕ ਦਿਨ ਦੇ ਨਾਲ ਸੰਬੰਧਿਤ ਇੱਕ ਇੱਕ ਪੌੜੀ ਕਬੀਰ ਜੀ ਨੇ ਲਿਖੀ ਹੈ। ਇਹ ਸ਼ੁਰੂਆਤੀ ਪੰਕਤੀਆਂ ਜੋ ਰਹਾਓ ਵਾਲੀਆਂ ਪੰਕਤੀਆਂ ਹਨ, ਇਹਨਾਂ ਦੇ ਵਿੱਚ ਇਸ ਬਾਣੀ ਦਾ, ਇਸ ਅਧਿਆਏ ਦਾ ਸਾਰ ਅੰਸ਼ ਕਿਤੇ ਨਾ ਕਿਤੇ ਛੁਪਿਆ ਹੋਇਆ ਹੈ। ਕੀ ਕਹਿੰਦੇ ਨੇ? ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਓ। ਗੁਰਗਮ ਤੋਂ ਭਾਵ ਗੁਰੂ ਦੇ ਚਰਨਾਂ ਵਿੱਚ ਅੱਪੜ ਕੇ, ਗੁਰੂ ਦੇ ਲੜ ਲੱਗ ਕੇ। ਭੇਦ ਸੋ ਹਰ ਕਾ ਪਾਵੋ, ਕਹਿੰਦੇ ਮੈਂ ਪ੍ਰਮਾਤਮਾ ਦਾ ਉਹ ਭੇਦ ਲੱਭ ਲਿਆ ਹੈ ਜਿਸ ਦੇ ਨਾਲ ਉਸ ਨੂੰ ਮਿਲ ਸਕੀਦਾ ਹੈ। ਤੇ ਉਹ ਭੇਦ ਕਿਹੜਾ ਹੈ? ਬਾਰ ਬਾਰ ਹਰ ਕੇ ਗੁਣ ਗਾਵੋ, ਕਿ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੋ। ਪ੍ਰਮਾਤਮਾ ਦੀ ਸਿਫਤ ਸਲਾਹ ਹੀ ਪ੍ਰਮਾਤਮਾ ਨੂੰ ਮਿਲਣ ਦਾ ਸਹੀ ਤਰੀਕਾ ਹੈ। ਗੁਰਬਾਣੀ ਦੇ ਵਿੱਚ ਜ਼ਿਆਦਾਤਰ ਸ਼ਬਦ, ਪੌੜੀਆਂ ਜੋ ਹਨ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਹਨ। ਤਾਂ ਬੇਸ਼ੱਕ ਅਸੀਂ ਗੁਰਬਾਣੀ ਪੜ੍ਹ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਲਈਏ ਜਾਂ ਆਮ ਭਾਸ਼ਾ ਦੇ ਵਿੱਚ ਹੀ ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਲਈਏ, ਸਿਫਤ ਸਲਾਹ ਕਰਨੀ ਬਣਦੀ ਹੈ। ਕਰਾਂਗੇ ਤਾਂ ਹੀ ਸਾਡੀ ਨੇੜਤਾ ਉਸ ਪ੍ਰਮਾਤਮਾ ਦੇ ਨਾਲ ਹੋਏਗੀ ਤੇ ਅਸੀਂ ਉਸ ਪ੍ਰਮਾਤਮਾ ਦੇ ਨਾਲ ਇੱਕਮਿੱਕ ਹੋਵਾਂਗੇ। ਸਿਫਤ ਸਲਾਹ ਜ਼ਰੂਰੀ ਹੈ। ਪ੍ਰਮਾਤਮਾ ਦੇ ਨਾਲ ਮਿਲਣ ਦਾ ਸਹੀ ਤਰੀਕਾ ਇਹੀ ਹੈ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸ਼ਾ ਥੰਬ। ਆਦਿਤ ਤੋਂ ਭਾਵ ਸੂਰਜ, ਮਤਲਬ ਐਤਵਾਰ ਦਾ ਦਿਨ। ਐਤਵਾਰ ਦਾ ਜੋ ਦਿਨ ਹੈ ਉਹਨੂੰ ਸੂਰਜ ਦਾ ਦਿਨ ਮਿਥਿਆ ਗਿਆ ਹੈ। ਤਾਂ ਕਬੀਰ ਜੀ ਕਹਿੰਦੇ ਹਨ ਕਿ ਐਤਵਾਰ ਦੇ ਦਿਨ ਤੋਂ ਤੁਸੀਂ ਪ੍ਰਮਾਤਮਾ ਦੀ ਭਗਤੀ ਸ਼ੁਰੂ ਕਰੋ। ਇਹ ਭਗਤੀ ਤੁਹਾਡੇ ਸਰੀਰ ਘਰ ਨੂੰ ਥੰਮੀ ਦਾ ਕੰਮ ਦੇਵੇਗੀ। ਮਨਸ਼ਾ ਜੋ ਤੁਹਾਡੇ ਅੰਦਰ ਫੁਰਨੇ ਫੁਰਦੇ ਹਨ ਉਹਨਾਂ ਨੂੰ ਸਹਾਰਾ ਦੇਵੇਗੀ। ਸਹਾਰਾ ਦੇਣ ਤੋਂ ਭਾਵ ਦੇਖੋ, ਆਪਣੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਘੁੰਮਦੇ ਫਿਰਦੇ ਰਹਿੰਦੇ ਹਨ, ਉਤਪੰਨ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਵਿਚਾਰ ਇੱਦਾਂ ਦੇ ਵੀ ਹਨ ਜੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਨ ਦੇ ਵਿੱਚ ਨਾ ਆਉਣ, ਪਰ ਇਹ ਕਹਿ ਲਈਏ ਕਿ ਫਿਰ ਵੀ ਸਾਡੇ ਮਨ ਦੇ ਵਿੱਚ ਕਿਤੋਂ ਨਾ ਕਿਤੋਂ ਡਿੱਗ ਪੈਂਦੇ ਹਨ। ਉਹਨਾਂ ਦੇ ਲਈ ਸਹਾਰਾ ਕੋਈ ਨਹੀਂ ਜੋ ਉਹਨਾਂ ਨੂੰ ਥੰਮ ਸਕੇ, ਰੋਕ ਸਕੇ। ਸੋ ਪ੍ਰਮਾਤਮਾ ਦੀ ਜੋ ਭਗਤੀ ਹੈ ਉਹ ਉਹਨਾਂ ਫੁਰਨਿਆਂ ਨੂੰ ਰੋਕ ਲੈਂਦੀ ਹੈ। ਜੋ ਵਿਚਾਰ ਸਾਨੂੰ ਨਹੀਂ ਚਾਹੀਦੇ, ਜਿਹੜੇ ਵਿਚਾਰਾਂ ਦਾ ਸਾਨੂੰ ਪਤਾ ਹੈ ਕਿ ਸਾਡੇ ਲਈ ਹਾਨੀਕਾਰਕ ਨੇ ਜਾਂ ਘੱਟੋ ਘੱਟ ਸਾਡੀ
ਮਨੋਦਸ਼ਾ ਦੇ ਲਈ ਹਾਨੀਕਾਰਕ ਨੇ। ਉਹ ਫੁਰਨੇ ਸਾਡੇ ਅੰਦਰ ਫੁਰਨੋਂ ਹਟ ਜਾਂਦੇ ਹਨ, ਰੁਕ ਜਾਂਦੇ ਹਨ। ਅਹਨਿਸ ਅਖੰਡ ਸੁਰਹੀ ਜਾਏ ਤੋ ਅਨਹਦ ਬੇਣ ਸਹਿਜ ਮਹਿਬਾਈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਦੇ ਅੰਦਰ ਭਗਤੀ ਦੇ ਨਾਲ ਸੁਗੰਧਿਤ ਹੋਈ ਉਸ ਦੀ ਸੁਰਤ ਜੋ ਹੈ ਉਹ ਦਿਨ ਰਾਤ ਲਗਾਤਾਰ ਪ੍ਰਭੂ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਅਡੋਲਤਾ ਦੇ ਵਿੱਚ ਟਿਕਣ ਕਰਕੇ ਉਹਦੇ ਮਨ ਦੇ ਅੰਦਰ ਮਾਨੋ ਇੱਕ ਰਸ ਬੰਸਰੀ ਵੱਜਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫਤ ਸਲਾਹ ਦੀ ਬੰਸਰੀ। ਸੋਮਵਾਰ ਸਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਬਿਖ ਹਰੈ। ਸੋਮਵਾਰ ਚੰਦਰਮਾ ਦਾ ਦਿਨ। ਚੰਦਰਮਾ ਠੰਡਕ ਦਾ ਪ੍ਰਤੀਕ ਹੈ। ਚੰਦਰਮਾ ਦੀ ਰੌਸ਼ਨੀ, ਚੰਦਰਮਾ ਦੀ ਚਾਨਣੀ ਠੰਡਕ ਵਰਸਾਉਂਦੀ ਹੈ। ਉਸੇ ਪ੍ਰਕਾਰ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਦੇ ਮਨ ਵਿੱਚ ਸ਼ਾਂਤੀ ਦਾ, ਠੰਡ ਦਾ ਅੰਮ੍ਰਿਤ ਵਰਦਾ ਹੈ। ਸਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਬਿਖ ਹਰੈ। ਬੇਗ ਤੋਂ ਭਾਵ ਛੇਤੀ। ਤੇ ਉਸ ਅੰਮ੍ਰਿਤ ਨੂੰ ਚੱਖਣ ਦੇ ਨਾਲ ਮਨ ਛੇਤੀ ਹੀ ਸਾਰੇ ਵਿਕਾਰ ਦੂਰ ਕਰ ਲੈਂਦਾ ਹੈ। ਸਗਲ ਬਿਖ ਹਰੈ। ਬਾਣੀ ਰੋਕਿਆਂ ਰਹੈ ਦੁਆਰ। ਸਤਿਗੁਰੂ ਦੀ ਬਾਣੀ ਦੀ ਬਰਕਤ ਦੇ ਨਾਲ ਜਦੋਂ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਲੈਂਦਾ ਹੈ ਤਾਂ ਉਹ ਵਿਕਾਰਾਂ ਵੱਲੋਂ ਰੋਕਿਆ ਹੋਇਆ ਮਨ ਜੋ ਹੈ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ। ਬਾਣੀ ਰੋਕਿਆ ਰਹੈ ਦੁਆਰ ਤਉ ਮਨ ਮਤਵਾਰੋ ਪੀਵਨਹਾਰ। ਤੇ ਬਾਣੀ ਦੇ ਵਿੱਚ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ, ਸਸ ਅੰਮ੍ਰਿਤ ਨੂੰ, ਠੰਡਕ ਵਰਤਾਉਣ ਵਾਲੇ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ। ਮੰਗਲਵਾਰੇ ਲੇ ਮਾਹੀਤ ਪੰਚ ਚੋਰ ਕੀ ਜਾਣੈ ਰੀਤ। ਬਾਰ-ਬਾਰ ਪ੍ਰਮਾਤਮਾ ਦੇ ਗੁਣ ਗਾਉਣ ਵਾਲਾ ਮਨੁੱਖ, ਸਿਫਤ ਸਲਾਹ ਕਰਨ ਵਾਲਾ ਮਨੁੱਖ ਆਪਣੇ ਮਨ ਦੇ ਦੁਆਲੇ ਸਿਫਤ ਸਲਾਹ ਦਾ ਮਾਨੋ ਕਿਲਾ ਬਣਾ ਲੈਂਦਾ ਹੈ। ਮਾਹੀਤ ਤੋਂ ਭਾਵ ਕਿਲਾ। ਪੰਚ ਚੋਰ ਕੀ ਜਾਣੈ ਰੀਤ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਪੰਜ ਵਿਕਾਰਾਂ ਦੀ ਰੀਤ ਜਾਣ ਲੈਂਦਾ ਹੈ, ਸਮਝ ਲੈਂਦਾ ਹੈ ਕਿ ਇਹ ਵਿਕਾਰ ਕਿਵੇਂ ਕੰਮ ਕਰਦੇ ਨੇ। ਕੋਈ ਦੁਸ਼ਮਣ ਸਾਡੇ ਤੇ ਵਾਰ ਕਰਨ ਆਉਂਦਾ ਹੋਵੇ ਤੇ ਸਾਨੂੰ ਉਸ ਦੁਸ਼ਮਣ ਦਾ ਭੇਤ ਪੈ ਜਾਏ ਕਿ ਉਹਦੀ ਰਣਨੀਤੀ ਕੀ ਹੈ, ਤਾਂ ਅਸੀਂ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਾਂ, ਉਸ ਦੁਸ਼ਮਣ ਨੂੰ ਮਾਤ ਦੇ ਸਕਦੇ ਹਾਂ। ਉਸੇ ਪ੍ਰਕਾਰ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਪੰਜ ਵਿਕਾਰ ਕਿਵੇਂ ਕੰਮ ਕਰਦੇ ਹਨ ਸਾਨੂੰ ਸਮਝ ਦੇ ਵਿੱਚ ਆ ਜਾਂਦਾ ਹੈ। ਸਾਨੂੰ ਆਪਣੇ ਆਪ ਨੂੰ ਖੰਗਾਲਣ ਦਾ ਵੱਲ ਆ ਜਾਂਦਾ ਹੈ। ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਦੋਂ ਸਾਨੂੰ ਕ੍ਰੋਧ ਆਉਂਦਾ ਹੈ, ਕਦੋਂ ਸਾਡੇ ਅੰਦਰ ਹਉਮੈ ਪਣਪਦੀ ਹੈ, ਕਦੋਂ ਅਸੀਂ ਲਾਲਚ ਦੇ ਵਿੱਚ ਹਾਂ। ਜਦੋਂ ਪਤਾ ਲੱਗਣ ਲੱਗ ਜਾਏ ਤੇ ਫਿਰ ਅਸੀਂ ਆਪਣੇ ਆਪ ਨੂੰ ਰੋਕ ਵੀ ਸਕਦੇ ਹਾਂ। ਜੇ ਪਤਾ ਹੀ ਨਾ ਲੱਗੇ ਤਾਂ ਰੋਕਾਂਗੇ ਕਿਵੇਂ। ਸੋ ਪੰਜ ਚੋਰ ਕੀ ਜਾਣੈ ਰੀਤ। ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਪੰਜਾਂ ਵਿਕਾਰਾਂ ਦੀ ਰੀਤ ਜਾਣ ਜਾਂਦਾ ਹੈ। ਘਰ ਛੋਟੇ ਬਾਹਰ ਜਿਨ ਜਾਏ। ਇਹ ਜੋ ਕਿਲਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਅਸੀਂ ਆਪਣੇ ਆਲੇ ਦੁਆਲੇ, ਆਪਣੇ ਸਰੀਰ ਦੇ ਵਿੱਚ ਹੀ ਬਣਾ ਸਕਦੇ ਹਾਂ। ਕਬੀਰ ਜੀ ਕਹਿੰਦੇ ਇਸ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈਂ। ਜੇ ਬਾਹਰ ਜਾਏਗਾ ਤਾਂ ਨਾਤਰ ਖਰਾ ਰਿਸਾ ਹੈ ਰਾਏ। ਰਿਸਾ ਤੋਂ ਭਾਵ ਖਿਝ ਜਾਣਾ। ਰਾਏ ਸ਼ਬਦ ਇੱਥੇ ਮਨ ਦੇ ਲਈ ਵਰਤਿਆ ਗਿਆ ਹੈ, ਮਨ ਰਾਜੇ ਲਈ। ਕਿ ਜੇ ਤੂੰ ਇਸ ਕਿਲੇ ਨੂੰ ਛੱਡ ਕੇ ਬਾਹਰ ਜਾਏਗਾ, ਬਾਹਰ ਭਟਕੇਗਾ ਤੇ ਤੁਹਾਡਾ ਮਨ ਜੋ ਹੈ ਉਹ ਖਿਝੇਗਾ। ਤੇ ਸੱਚ ਵੀ ਹੈ। ਅੱਜ ਇਨਸਾਨ ਨੂੰ ਜ਼ਿਆਦਾਤਰ ਕ੍ਰੋਧ, ਜ਼ਿਆਦਾਤਰ ਜੋ ਖਿਝਦੇ ਰਹਿੰਦੇ ਹਨ ਲੋਕ, ਵੱਡਾ ਕਾਰਨ ਭਟਕਣਾ ਹੀ ਹੈ। ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰ ਕਾ ਵਾਸ। ਬਾਰ-ਬਾਰ ਹਰ ਕੇ ਗੁਣ ਗਾ ਕੇ ਮਨੁੱਖ ਆਪਣੀ ਸੂਝ ਵਿੱਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ। ਹਿਰਦੇ ਕਮਲ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ। ਗੁਰਮਿਲ ਦੋਊ ਏਕ ਸਮ ਧਰੈ। ਗੁਰੂ ਦੇ ਨਾਲ ਮਿਲ ਕੇ ਦੋਵਾਂ ਨੂੰ ਇੱਕ ਕਰ ਲੈਂਦਾ ਹੈ। ਕਿਹੜੇ ਦੋ? ਇੱਕ ਆਤਮਾ ਤੇ ਇੱਕ ਪਰਮਾਤਮਾ। ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦਿੰਦਾ ਹੈ। ਉਰਦ ਪੰਕ ਲੈ ਸੂਧਾ ਕਰੈ। ਪੰਕ ਤੋਂ ਭਾਵ ਹਿਰਦਾ। ਉਰਦ ਤੋਂ ਭਾਵ ਉਲਟਿਆ ਹੋਇਆ ਤੇ ਸੂਧਾ ਤੋਂ ਭਾਵ ਸਿੱਧਾ ਕਰ ਲੈਣਾ। ਜੋ ਹਿਰਦਾ
ਜੋ ਸਾਡਾ ਮਨ ਪਹਿਲਾਂ ਮਾਇਆ ਦੇ ਵੱਲ ਪਰਤਿਆ ਹੁੰਦਾ ਹੈ, ਪਰਮਾਤਮਾ ਦੇ ਗੁਣ ਗਾ ਕੇ ਅਸੀਂ ਉਹਨੂੰ ਸਿੱਧਾ ਕਰ ਲੈਂਦੇ ਹਾਂ, ਸਿੱਧੇ ਪਾਸੇ ਲਾ ਲੈਂਦੇ ਹਾਂ, ਪ੍ਰਭੂ ਦੇ ਸਨਮੁਖ ਕਰ ਲੈਂਦੇ ਹਾਂ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਬਾਰ ਬਾਰ ਹਰ ਕੇ ਗੁਣ ਗਾ ਕੇ ਮਨੁੱਖ ਮਾਇਆ ਦੇ ਪ੍ਰਭਾਵ ਨੂੰ ਸਿਫਤ ਸਲਾਹ ਦੇ ਪ੍ਰਭਾਵ ਵਿੱਚ ਰੋੜ ਦਿੰਦਾ ਹੈ। ਵਿਖਿਆ ਦੇ ਬਹਾਏ, ਤੀਨ ਦੇਵ ਤੋਂ ਭਾਵ ਮਾਇਆ ਦੇ ਤਿੰਨ ਗੁਣ ਏਕ ਸੰਗ ਲਾਏ, ਇਹਨਾਂ ਤਿੰਨਾਂ ਗੁਣਾਂ ਨੂੰ ਇੱਕ ਪਰਮਾਤਮਾ ਦੀ ਯਾਦ ਦੇ ਵਿੱਚ ਲੀਨ ਕਰ ਲੈਂਦਾ ਹੈ। ਤੀਨ ਨਦੀ ਤਹਾਂ ਤ੍ਰਿਕੁਟੀ ਮਾਹੇ, ਤ੍ਰਿਕੁਟੀ ਤੋਂ ਭਾਵ ਉਹ ਤਿਉੜੀ ਜਦੋਂ ਅਸੀਂ ਖਿਜੇ ਹੋਈਏ ਤੇ ਸਾਡੇ ਮੱਥੇ ਤੇ ਪੈ ਜਾਂਦੀ ਹੈ। ਤੀਨ ਨਦੀ ਤਹਾਂ ਤ੍ਰਿਕੁਟੀ ਮਾਹੇ, ਅਹਨਸ ਕਸਮਲ ਧੋਵੈ ਨਾਹੀ। ਜੋ ਲੋਕ ਸਿਫਤ ਸਲਾਹ ਛੱਡ ਕੇ ਮਾਇਆ ਦੇ ਵਿੱਚ ਖਿਜੇ ਰਹਿੰਦੇ ਹਨ, ਮਾਇਆ ਦੇ ਵਿੱਚ ਪਰਚੇ ਰਹਿੰਦੇ ਹਨ, ਜਿਹਦੇ ਕਰਕੇ ਉਹਨਾਂ ਦੇ ਮੱਥਿਆਂ ਤੇ ਤਿਉੜੀਆਂ ਬਣੀਆਂ ਰਹਿੰਦੀਆਂ ਹਨ, ਉਹ ਮਾਇਆ ਦੀਆਂ ਤ੍ਰੈ ਗੁਣੀ ਨਦੀਆਂ ਦੇ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ, ਦਿਨ ਰਾਤ ਮੰਦ ਕੰਮ ਕਰਦੇ ਹਨ ਤੇ ਸਿਫਤ ਸਲਾਹ ਤੋਂ ਵਾਂਝੇ ਰਹਿਣ ਕਰਕੇ ਉਹਨਾਂ ਨੂੰ ਧੋਂਦੇ ਨਹੀਂ ਹਨ। ਸਰੀਰ ਦੀ ਸਫਾਈ ਬੇਸ਼ੱਕ ਜਿੰਨੀ ਮਰਜ਼ੀ ਕਰ ਲੈਣ, ਪਰ ਮਨ ਦੀ ਸਫਾਈ ਨਹੀਂ ਕਰਦੇ ਹਨ। ਸ਼ੁਕਰਤ ਸਹਾਰੈ ਸੋ ਇਹ ਵਰਤ ਚੜ੍ਹੈ, ਅਨਦਿਨ ਆਪ ਸਿਓ ਲੜੈ। ਸ਼ੁਕਰਿਤ ਤੋਂ ਭਾਵ ਭਲਾ ਕੰਮ, ਸ਼ੁਭ ਕੰਮ, ਪਰਮਾਤਮਾ ਦੇ ਗੁਣਾਂ ਨੂੰ ਬਾਰ-ਬਾਰ ਗਾਉਣ ਦਾ ਕੰਮ। ਵਰਤ ਤੋਂ ਭਾਵ ਜੀਵਨ ਜੁਗਤ ਰੂਪ ਔਖੀ ਘਾਟੀ। ਸਹੀ ਜੀਵਨ ਜੁਗਤ ਜੋ ਹੈ ਉਹਨੂੰ ਹਾਸਲ ਕਰਨਾ ਕਿਸੇ ਬੜੀ ਹੀ ਔਖੀ ਪਹਾੜੀ ਤੇ ਚੜ੍ਹਨ ਦੇ ਬਰਾਬਰ ਹੈ। ਸ਼ੁਕਰਤ ਸਹਾਰਾ ਸੋ ਇਹ ਵਰਤ ਚੜ੍ਹੈ, ਪਰਮਾਤਮਾ ਦੇ ਗੁਣਾਂ ਨੂੰ ਬਾਰ-ਬਾਰ ਗਾਉਣ ਦੇ ਸ਼ੁਭ ਕੰਮ ਦੇ ਸਹਾਰੇ ਅਸੀਂ ਇਸ ਵਰਤ ਤੇ ਇਸ ਪਹਾੜੀ ਤੇ ਚੜ੍ਹ ਸਕਦੇ ਹਾਂ। ਭਾਵ ਕਿ ਪਰਮਾਤਮਾ ਦੀ ਸਿਫਤ ਸਲਾਹ ਦੇ ਕਾਰਜ ਦੇ ਸਹਾਰੇ ਅਸੀਂ ਸਹੀ ਜੀਵਨ ਜੁਗਤ ਨੂੰ ਹਾਸਲ ਕਰ ਸਕਦੇ ਹਾਂ। ਅਨਦਿਨ ਆਪ ਸਿਓ ਲੜਾਈ, ਹਰ ਰੋਜ਼ ਖੁਦ ਦੇ ਨਾਲ ਲੜਾਈ ਕਰਨੀ ਪਏਗੀ। ਕਿਉਂਕਿ ਸਾਡੇ ਅੰਦਰ ਹੀ ਨੇ ਉਹ ਦੋ ਹਿੱਸੇ, ਜਿਨ੍ਹਾਂ ਦੇ ਵਿੱਚੋਂ ਇੱਕ ਸਾਨੂੰ ਵਿਕਾਰਾਂ ਵੱਲ ਨੂੰ ਲੈ ਕੇ ਜਾਂਦਾ ਹੈ ਤੇ ਦੂਜਾ ਸਾਨੂੰ ਵਿਕਾਰਾਂ ਵੱਲੋਂ ਰੋਕਦਾ ਹੈ, ਦੂਜਾ ਸਾਨੂੰ ਗਲਤ ਕੰਮ ਕਰਨ ਤੋਂ ਰੋਕਦਾ ਹੈ। ਬਹੁਤ ਵਾਰ ਅਸੀਂ ਇੱਕ ਦੀ ਮੰਨ ਲੈਂਦੇ ਹਾਂ, ਉਹਨਾਂ ਦੀ ਆਪਸ ਦੇ ਵਿੱਚ ਬਹਿਸ ਨਹੀਂ ਕਰਵਾਉਂਦੇ, ਪਰ ਸਿਫਤ ਸਲਾਹ ਦੀ ਬਰਕਤ ਦੇ ਨਾਲ ਸਾਡੇ ਅੰਦਰ ਉਹ ਸ਼ਕਤੀ ਆ ਜਾਂਦੀ ਹੈ ਕਿ ਅਸੀਂ ਦੋਹਾਂ ਨੂੰ ਲੜਾ ਕੇ ਤੇ ਜੋ ਸਹੀ ਹੈ ਉਹਦੀ ਜਿੱਤ ਕਰਵਾ ਸਕਦੇ ਹਾਂ। ਸੁਰਖੀ ਪੰਚੋ ਰਾਖੈ ਸਭੈ, ਸੁਰਖੀ ਤੋਂ ਭਾਵ ਇੰਦਰੇ। ਪੰਜਾਂ ਹੀ ਗਿਆਨ ਇੰਦਰੀਆਂ ਨੂੰ ਉਹ ਮਨੁੱਖ ਵੱਸ ਦੇ ਵਿੱਚ ਰੱਖਦਾ ਹੈ ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ, ਤੇ ਇਸ ਤਰ੍ਹਾਂ ਕਿਸੇ ਉੱਤੇ ਕਦੇ ਵੀ ਉਸ ਦੀ ਮੇਰ ਤੇਰ ਦੀ ਨਿਗਾਹ ਨਹੀਂ ਪੈਂਦੀ, ਕਿਸੇ ਦੂਸਰੇ ਦੀ ਸੰਪत्ति ਦੇ ਉੱਤੇ ਉਹਦੀ ਨਿਗਾਹ ਨਹੀਂ ਪੈਂਦੀ। ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀਵਟੀ ਘਟ ਮਹਿ ਜੋਏ। ਪਹਿਲੀ ਪੰਕਤੀ ਦੇ ਵਿੱਚ ਜੋ ਸੋਏ ਸ਼ਬਦ ਹੈ ਉਹਦਾ ਅਰਥ ਹੈ ਰੱਬੀ ਨੂਰ ਦੀ ਸੋਹਣੀ ਜਹੀ ਨਿੱਕੀ ਜਹੀ ਜੋਤ ਜੋ ਹਰੇਕ ਹਿਰਦੇ ਵਿੱਚ ਹੁੰਦੀ ਹੈ। ਥਾਵਰ ਥਿਰ ਕਰ ਰਾਖੈ ਸੋਏ ਤੋਂ ਭਾਵ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ। ਜੋਤ ਦੀਵਟੀ ਘਟ ਮਹਿ ਜੋਏ, ਆਪਣੇ ਅੰਦਰ ਹੀ ਉਸ ਜੋਤ ਨੂੰ ਜਗਾਉਂਦਾ ਹੈ। ਬਾਹਰ ਭੀਤਰ ਭਇਆ ਪ੍ਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਉਸ ਜੋਤ ਦੀ ਬਰਕਤ ਦੇ ਨਾਲ ਉਸ ਦੇ ਅੰਦਰ ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ। ਉਸ ਨੂੰ ਆਪਣੇ ਅੰਦਰ ਵੀ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਵੀ ਇੱਕੋ ਹੀ ਪ੍ਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਇਸ ਅਵਸਥਾ ਦੇ ਵਿੱਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਦੇ ਸੰਸਕਾਰਾਂ ਦਾ ਨਾਸ ਹੋ ਜਾਂਦਾ ਹੈ। ਪਿਛਲੇ ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਉਹਨੇ ਕੀਤਾ, ਉਹਦੇ ਤੋਂ ਜੋ ਕੁਝ ਵੀ ਚੰਗਾ ਮੰਦਾ ਸਿੱਖਿਆ, ਉਹਦਾ ਨਾਸ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 344ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਥਿੱਤੀ ਦੇ ਅਧਿਆਏ ਦੀ ਸਮਾਪਤੀ ਕੀਤੀ ਤੇ ਵਾਰ ਦੇ ਅਧਿਆਏ ਦੀ ਸ਼ੁਰੂਆਤ
ਤੇ ਲਗਭਗ ਸਮਾਪਤੀ ਵੀ ਕਰ ਲਈ ਹੈ। ਸਿਰਫ ਇੱਕ ਪੌੜੀ ਬਚੀ ਹੈ ਜੋ ਆਪਾਂ ਅਗਲੇ ਅੰਗ ਦੀ ਬਾਣੀ ਦੇ ਵਿੱਚ ਸਮਝਾਂਗੇ। ਸਾਰੀਆਂ ਹੀ ਪੌੜੀਆਂ ਜੋ ਆਪਾਂ ਪੜ੍ਹੀਆਂ ਹਨ ਉਹਨਾਂ ਦੇ ਵਿੱਚ ਕਬੀਰ ਜੀ ਨੇ ਪ੍ਰਮੁੱਖ ਤੌਰ 'ਤੇ ਸਾਨੂੰ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜਨ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਹੀ ਪ੍ਰੇਰਣਾ ਦਿੱਤੀ ਹੈ ਤੇ ਨਾਲ ਦੀ ਨਾਲ ਸਾਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਫਾਇਦੇ ਵੀ ਗਿਣਾਏ ਹਨ ਕਿ ਜਦ ਅਸੀਂ ਸਿਫਤ ਸਲਾਹ ਦੇ ਵਿੱਚ ਆਪਣੇ ਆਪ ਨੂੰ ਜੋੜਦੇ ਹਾਂ, ਵਿਕਾਰਾਂ ਵੱਲੋਂ ਆਪਣੇ ਆਪ ਨੂੰ ਪਰਤਾ ਲੈਂਦੇ ਹਾਂ, ਤਾਂ ਸਾਨੂੰ ਕਿਸ ਪ੍ਰਕਾਰ ਦੇ ਮਾਨਸਿਕ ਫਾਇਦੇ ਹੁੰਦੇ ਹਨ। ਸੋ ਆਓ ਇਹਨਾਂ ਫਾਇਦਿਆਂ ਨੂੰ ਅਸੀਂ ਗ੍ਰਹਿਣ ਕਰੀਏ, ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮੋੜ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੋੜੀ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।